अपना जो नैक्सट क्वेश्चन है डैट इज़ हाउ इज़ द ਪ੍ਰੈਜ਼ੀਡੈਂਟ ਇਲੈਕਟਿਡ ਇਨ ਇੰਡੀਆ। ਡੈਟ ਕਿ ਜਿਹੜੇ ਆਪਣੇ ਰਾਸ਼ਟਰਪਤੀ ਹੈ ਉਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਇਲੈਕਟ ਕਰਦੇ ਹਾਂ, ਠੀਕ ਹੈ, ਕਿੱਦਾਂ ਜੋ ਹੈ ਉਹਨਾਂ ਦਾ ਇਲੈਕਸ਼ਨ ਹੁੰਦਾ ਹੈ, ਡਾਇਰੈਕਟਲੀ ਹੁੰਦਾ ਹੈ ਬਾਈ ਦੀ ਰਾਜ ਸਭਾ ਮੈਂਬਰ, ਬਾਈ ਦੀ ਲੋਕ ਸਭਾ ਮੈਂਬਰ ਜਾਂ ਫਿਰ ਬਾਈ ਦੀ ਇਨਡਾਇਰੈਕਟ ਇਲੈਕਸ਼ਨ, ਕਿਸ ਤਰੀਕੇ ਨਾਲ ਜੋ ਹੈ ਆਪਣੇ ਜਿਹੜੇ ਰਾਸ਼ਟਰਪਤੀ ਹੈ ਉਹਨਾਂ ਨੂੰ ਇਲੈਕਟ ਕੀਤਾ ਜਾਂਦਾ ਹੈ। ਫਟਾਫਟ ਆਨਸਰ ਕਰੋ ਵਿਦ ਇਨ ਦਾ 10 ਸੈਕਿੰਡ। ਹਾਊ ਇਜ਼ ਦਾ ਪ੍ਰੈਜ਼ੀਡੈਂਟ ਇਲੈਕਟਿਡ ਇਨ ਇੰਡੀਆ ਕਿ ਜਿਹੜੇ ਰਾਸ਼ਟਰਪਤੀ ਹੈ ਜੀ ਉਹਨਾਂ ਨੂੰ ਕਿਸ ਤਰੀਕੇ ਨਾਲ ਇਲੈਕਟ ਕੀਤਾ ਜਾਂਦਾ ਹੈ ਆਪਣੇ ਭਾਰਤ ਦੇ ਵਿੱਚ। ਡਾਇਰੈਕਟਲੀ ਮਤਲਬ ਕਿ ਜਿਸ ਤਰ੍ਹਾਂ ਅਸੀਂ ਜਿਹੜੇ ਆਪਣੇ MP MLA ਹੈਗੇ ਆ, ਠੀਕ ਹੈ, ਉਹਨਾਂ ਨੂੰ ਚੁਣਨ ਦੇ ਲਈ ਅਸੀਂ ਕੀ ਕਰਦੇ ਜੀ, ਆਪਣਾ ਰਾਈਟ ਟੂ ਵੋਟ ਜੋ ਹੈ ਯੂਜ਼ ਕਰਦੇ ਆ। ਠੀਕ ਹੈ, ਤੁਹਾਨੂੰ ਸਭ ਨੂੰ ਪਤਾ ਹੋਏਗਾ। ਠੀਕ ਹੈ, ਜਿਹੜਾ ਆਪਣਾ ਰਾਈਟ ਹੈਗਾ, ਰਾਈਟ ਟੂ ਵੋਟ ਜੋ ਹੈ ਉਸਦਾ ਯੂਜ਼ ਕਰਦੇ ਆ, ਵੋਟਿੰਗ ਪਾ ਕੇ ਜੋ ਹੈ ਅਸੀਂ ਆਪਣੇ MP MLAs ਨੂੰ ਸਿਲੈਕਟ ਕਰਦੇ ਹਾਂ। ਠੀਕ ਹੈ, ਤੇ ਉਹ ਕੀ ਹੈਗੇ ਆ, ਉਹਨਾਂ ਨੂੰ ਅਸੀਂ ਜੋ ਹੈ ਡਾਇਰੈਕਟਲੀ ਹੀ ਇਲੈਕਟ ਕਰਦੇ ਹਾਂ। ਠੀਕ ਹੈ, ਸੋ ਇਹ ਜੋ ਹੈ ਇਹਦਾ ਆਨਸਰ ਨਹੀਂ ਹੋਏਗਾ। ਦੈਨ ਉਸ ਤੋਂ ਬਾਅਦ ਜੋ ਹੈ ਆਪਾਂ ਕਹਿ ਸਕਦੇ ਆ ਬਾਈ ਦੀ ਇਨਡਾਇਰੈਕਟ ਇਲੈਕਸ਼ਨ। ਠੀਕ ਹੈ, ਇਨਡਾਇਰੈਕਟ ਇਲੈਕਸ਼ਨ ਜਿਹੜੇ ਹੁੰਦੇ ਆ ਇਸ ਦੇ ਥਰੂ ਜੋ ਹੈ ਆਪਣੇ ਰਾਸ਼ਟਰਪਤੀ ਜਿਹੜੇ ਹੈ ਜੀ ਉਹਨਾਂ ਨੂੰ ਅਸੀਂ ਇਲੈਕਟ ਕਰਦੇ ਆ। ਠੀਕ ਹੈ, ਹੁਣ ਇਹਨਾਂ ਨੂੰ ਅਸੀਂ ਜੋ ਹੈ MP MLAs ਨੂੰ ਜੋ ਹੈ ਚੁਣ ਕੇ ਭੇਜ ਦਿੱਤਾ ਹੈ ਪਾਰਲੀਮੈਂਟ ਦੇ ਵਿੱਚ। ਹੁਣ ਇਹ ਜਿਹੜੇ MP MLA ਹੈਗੇ ਆ, ਠੀਕ ਹੈ, ਇਹ ਸਾਡੇ ਬਿਹਾਫ ਤੇ ਜੋ ਹੈ ਇਨਡਾਇਰੈਕਟਲੀ ਖੁਦ ਹੀ ਜੋ ਹੈ ਜਿਹੜੇ ਰਾਸ਼ਟਰਪਤੀ ਹੈਗੇ ਆ ਉਹਨਾਂ ਨੂੰ ਚੁਣਦੇ ਆ, ਆਪਣੇ ਵੋਟ ਪਾ ਕੇ। ਠੀਕ ਹੈ, ਚੁਣਦੇ ਆ। ਠੀਕ ਹੈ, ਸੋ ਆਪਸ਼ਨ ਡੀ ਜਿਹੜਾ ਹੈ ਉਹ ਰਾਈਟ ਆਨਸਰ ਆਏਗਾ। ਨੈਕਸਟ ਕੁਐਸਚਨ ਹੈ, ਕਹਿੰਦੇ ਦੋ ਯੂਨੀਅਨ ਟੈਰੀਟਰੀ ਜਿਹੜੀਆਂ ਹੈ ਜੀ ਕਹਿੰਦੇ ਕਿ ਵਿਚ ਹੈਵ ਗਿਵਨ ਦੀ ਰਾਈਟ ਟੂ ਟੇਕ ਪਾਰਟ ਇਨ ਦੀ ਇਲੈਕਸ਼ਨ ਆਫ ਦੀ ਪ੍ਰੈਜ਼ੀਡੈਂਟ ਆਫ ਇੰਡੀਆ। ਹੁਣ ਅਗਰ ਅਸੀਂ ਗੱਲ ਕਰਦੇ ਹਾਂ ਕਿ ਓਨਲੀ 2 ਜੋ ਹੈ ਯੂਨੀਅਨ ਟੈਰੀਟਰੀਜ਼ ਹੈਗੀਆਂ ਜਿੱਥੇ ਵਿਧਾਨ ਸਭਾ ਹੈਗੀਆਂ ਹੈ ਨਾ, ਤੇ ਉਹਨਾਂ ਨੂੰ ਜੋ ਹੈ ਇੱਥੇ ਰਾਈਟ ਦਿੱਤਾ ਹੋਇਆ ਕਿ ਉਹ ਰਾਸ਼ਟਰਪਤੀ ਦੇ ਇਲੈਕਸ਼ਨ ਦੇ ਵਿੱਚ ਪਾਰਟ ਲੈ ਸਕਦੇ ਆ। ਤੇ 70th ਜਿਹੜਾ ਅਮੈਂਡਮੈਂਟ ਹੋਇਆ ਸੀ ਨਾ ਉਹਦੇ ਥਰੂ ਜੋ ਹੈ ਉਹਨਾਂ ਨੂੰ ਇਹ ਰਾਈਟ ਦਿੱਤਾ ਗਿਆ ਸੀਗਾ। ਸੋ ਕਿਹੜੀਆਂ ਦੋ ਯੂਨੀਅਨ ਟੈਰੀਟਰੀਜ਼ ਹੈਗੀਆਂ ਆ, ਦਿੱਲੀ ਐਂਡ ਚੰਡੀਗੜ੍ਹ, ਦਿੱਲੀ ਐਂਡ ਪੁਡੂਚੇਰੀ, ਦਿੱਲੀ ਐਂਡ ਦਮਨ ਐਂਡ ਦਿਊ, ਚੰਡੀਗੜ੍ਹ ਐਂਡ ਦਾ ਪੁਡੂਚੇਰੀ। The two union territories which have been given right to take part in the election of the President of India by the 70th Amendment of Indian Constitution ਕਿਹੜੀਆਂ ਜੋ ਹੈ ਦੋ ਆਪਣੇ ਕੋਲ ਯੂਨੀਅਨ ਟੈਰੀਟਰੀਜ਼ ਹੈ ਜਿਨ੍ਹਾਂ ਨੂੰ ਇਹ ਰਾਈਟ ਦਿੱਤਾ ਗਿਆ ਹੈ। ਇਹਦਾ ਰਾਈਟ ਆਨਸਰ ਰਹੇਗਾ ਜੀ, what will be the right answer? ठीक है, फटाफट जो है आंसर दसो। दिल्ली एंड पुडुचेरी, वेरी गुड। ठीक है, सो द राइट आंसर आएगा जी ऑप्शन बी। ठीक है जी, ऑप्शन बी इज द राइट आंसर। दिल्ली एंड पुडुचेरी जो है ये दो अपने को यूनियन टैरीटरीज हैगियां। सो नैक्सट क्वेश्चन है, कहते जो इलैक्टोरल कोलाज है जी अपने प्रेजिडेंट का, जो अपने प्रेजिडेंट का इलैक्टोरल कोलाज है ਉਹਦੇ ਵਿੱਚ कौन कौन ਹੁੰਦਾ है। इलैक्टेड मैंबर होंगे बोथ द हाउसेज ऑफ द पार्लियामेंट, elected member of the both houses of the state legislatures, elected members of the legislative assemblies of all the states, elected members of the legislative assemblies of Delhi and Pondicherry. So what will be the right answer? तो जी इतने राइट आंसर की रहेगा ऑप्शन डी विल बी द राइट आंसर 1 2 ਸੌਰੀ 1 3 ਤੇ 4। ਠੀਕ ਹੈ, ਜਿਹੜੇ ਦੋਨੋਂ ਮੈਂਬਰ ਹੈਗੇ ਸਟੇਟ ਲੈਜਿਸਲੇਚਰਸ ਦੇ ਉਹਨਾਂ ਨੂੰ ਨਹੀਂ ਇਹਦੇ ਵਿੱਚ ਐਡ ਕੀਤਾ ਜਾਂਦਾ, ਦੇ ਡੋਂਟ ਹੈਵ ਦੀ ਰਾਈਟ। ਠੀਕ ਹੈ, ਇਹਨਾਂ ਦੇ ਕੋਲ ਜੋ ਹੈ ਰਾਈਟ ਨਹੀਂ ਹੁੰਦਾ। ਬਾਕੀ ਜੋ ਅਗਰ ਅਸੀਂ ਗੱਲ ਕਰੀਏ ਇਲੈਕਟਿਡ ਮੈਂਬਰ ਹੋ ਗਿਆ ਬੋਥ ਦੀ ਹਾਊਸਿਸ ਆਫ ਦੀ ਪਾਰਲੀਮੈਂਟ, ਦੈਟ ਇਜ਼ ਦੀ ਲੋਕ ਸਭਾ ਹੋ ਗਿਆ ਤੇ ਰਾਜ ਸਭਾ ਹੋ ਗਿਆ। ਦੈਨ ਵੀ ਹੈਡ ਦੀ ਇਲੈਕਟਿਡ ਮੈਂਬਰ ਆਫ ਦੀ ਲੈਜਿਸਲੇਟਿਵ ਅਸੈਂਬਲੀਜ਼ ਜਿਹੜੀਆਂ ਹੁੰਦੀਆਂ ਵਿਧਾਨ ਸਭਾ ਜਿਹੜੀਆਂ ਹੁੰਦੀਆਂ ਨਾ ਸਾਰੇ ਰਾਜਾਂ ਦੀਆਂ, ਉਹ ਜੋ ਹੈ ਇੱਥੇ ਪਾ ਸਕਦੇ ਆ ਵੋਟ। ਦੈਨ ਜਿਹੜੇ ਹੈ ਲੈਜਿਸਲੇਟਿਵ ਅਸੈਂਬਲੀ ਜਿਹੜੀਆਂ ਹੈਗੀ ਆਪਣੀ ਦਿੱਲੀ ਤੇ ਪੌਂਡੀਚੇਰੀ ਦੇ ਵਿੱਚ ਉਹਨਾਂ ਦੇ ਇਲੈਕਟਿਡ ਮੈਂਬਰ। ਸੋ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ, ਓਨਲੀ ਇਲੈਕਟਿਡ ਮੈਂਬਰਸ ਜੋ ਹੈ ਇਹਦੇ ਵਿੱਚ ਜਿਹੜੇ ਹੈ ਉਹ ਪਾਰਟ ਲੈ ਸਕਦੇ ਹੈ ਕਿਸ ਦੇ ਵਿੱਚ, ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ। ਠੀਕ ਹੈ, ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ ਹੈ ਜੀ, ਕਹਿੰਦੇ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਐਨ ਇਸੈਂਸ਼ੀਅਲ ਕੁਆਲੀਫਿਕੇਸ਼ਨ ਫॉर द ਕੈਂਡੀਡੇਚਰ ਆਫ ਦੀ ਪ੍ਰੈਜ਼ੀਡੈਂਟ। ਸੋ ਇਹਨਾਂ ਦੇ ਵਿੱਚੋਂ ਜੋ ਹੈ ਕਿਹੜੀ ਇਸੈਂਸ਼ੀਅਲ ਕੁਆਲੀਫਿਕੇਸ਼ਨ ਨਹੀਂ ਹੈਗੀ ਫॉर द ਕੈਂਡੀਡੇਟਰ ਆਫ ਦੀ ਪ੍ਰੈਜ਼ੀਡੈਂਟ। ਕੰਪਲੀਸ਼ਨ ਆਫ 35 ਇਅਰਸ, ਐਜੂਕੇਟਿਡ ਹੋਣੇ ਚਾਹੀਦੇ ਆ, ਕੁਆਲੀਫਾਈਡ ਫॉर ਇਲੈਕਸ਼ਨ ਐਜ਼ ਅ ਮੈਂਬਰ ਆਫ ਦੀ ਹਾਊਸ ਆਫ ਪੀਪਲ, ਜਾਂ ਫਿਰ ਸਿਟੀਜ਼ਨ ਆਫ ਇੰਡੀਆ। ਕਿਹੜੀ ਇਸੈਂਸ਼ੀਅਲ ਕੁਆਲੀਫਿਕੇਸ਼ਨ ਨਹੀਂ ਹੈਗੀ ਫॉर द ਕੈਂਡੀਡੇਟਰ ਆਫ ਅ ਪ੍ਰੈਜ਼ੀਡੈਂਟ।
बी क्विक, फटाफट आंसर करो। Which of the following is not an essential qualification for the candidate of a president? Completion of 35 years, एजुकेटेड होने चाहिए है, या फिर क्वालिफाइड फॉर इलेक्शन एज अ मैंबर ऑफ द हाउस ऑफ पीपल, या फिर जो है सिटीजन ऑफ इंडिया। तो राइट आंसर जोड़ा है जी ऑप्शन बी। ठीक है, एजुकेशन के बारे जो है कोई भी उन्होंने क्वालिफिकेशन इतने नहीं रखी हुई। ठीक है, एजुकेटेड हो चाहे ना हो, ठीक है, इदा का कुछ भी उन्होंने लेना देना नहीं है। बाकी जो है 35 ईयर्स जो है उन्होंने एज रखी है मिनिमम। एंड अगर जो है गल करिए कि ਜਿਹੜੇ हाउस ऑफ पीपल ਜਿਹੜਾ है जी अपना लोअर हाउस ਜਿਹੜਾ है ਉਹਦੇ ਲਈ जो है मैंबर बनने ਦੇ ਲਈ जो क्वालिफिकेशंस ਹੁੰਦੀਆਂ है वो फुलफिल करते होने चाहिए। दैन जो है ही और शी मस्ट बी द सिटीजन ऑफ इंडिया। सो ये कुछ जो है इंपॉर्टेंट क्वालिफिकेशंस हैगियां फॉर द कैंडिडेट ऑफ अ प्रेजिडेंट। सो नेक्स्ट क्वेश्चन है, ਕਹਿੰਦੇ ਕਿ ਜਿਹੜੇ ਪ੍ਰੈਜ਼ੀਡੈਂਟ ਹੈ ਉਹਨਾਂ ਦੀ ਪੋਸਟ ਤੋਂ ਅਸੀਂ ਜੋ ਹੈ ਕਿੱਦਾਂ ਉਹਨਾਂ ਨੂੰ ਰਿਮੂਵ ਕਰ ਸਕਦੇ ਹਾਂ, ਜਾਂ ਫਿਰ ਕੌਣ ਉਹਨਾਂ ਨੂੰ ਰਿਮੂਵ ਕਰ ਸਕਦਾ ਹੈ? ਪ੍ਰਾਈਮ ਮਿਨਿਸਟਰ ਆਫ ਇੰਡੀਆ, ਲੋਕ ਸਭਾ, ਚੀਫ ਜਸਟਿਸ ਆਫ ਇੰਡੀਆ, ਜਾਂ ਫਿਰ ਪਾਰਲੀਮੈਂਟ। The President of India can be removed from his post by the Prime Minister of India, Lok Sabha, Chief Justice of India, या फिर Parliament। So he can be removed by the, किस तरीके ਨਾਲ जो है उन्होंने रिमूव किया जा सकता है? बाय द पार्लियामेंट। ठीक है जी, ऑप्शन डी इज द राइट आंसर आएगा। ठीक है, सो नेक्स्ट क्वेश्चन है, अंडर विच आर्टिकल ऑफ द इंडियन कॉन्स्टिट्यूशन कैन प्रेजिडेंट बी इंपीच्ड? किस आर्टिकल के अधीन जो है ਅਸੀਂ राष्ट्रपति ਨੂੰ इंपीच कर सकते हैं? आर्टिकल 356, 76, 75 या फिर 61। तो राइट आंसर आएगा जी ऑप्शन डी। ठीक है, जो आर्टिकल 61 हैगा आ ये किहदे नाल डील करता है? विद द इंपीचमेंट प्रोसैस ऑफ द प्रेजिडेंट ऑफ आवर इंडिया। ठीक है जी, सो ऑप्शन डी इज द राइट आंसर। सो कहते कि बाय विच हाउस ऑफ द पार्लीमेंट इंपीचमेंट मे बी इंपोज्ड ऑन प्रेजिडेंट? कहते किहड़ा हाउस जिहड़ा हुंदा है अपने पार्लीमेंट दा, लोक सभा हो गया, राज्य सभा हो गया, जिहड़ी कि राष्ट्रपति के उपर जो है इंपीचमेंट नूं इंपोज कर सकती है। By which House of Parliament impeachment may be imposed on the President, House of People, Council of the States, by any House of the Parliament, या फिर none of the above? सो राइट आंसर रहेगा जी ऑप्शन सी, बाय एनी हाउस ऑफ द पार्लीमेंट। ठीक है, जो हम इंपीचमेंट प्रोसैस होंदा है फॉर द रिमूवल ऑफ द प्रेजिडेंट, वो चाहे जो है लोक सभा के स्टार्ट हो, चाहे जो है वो राज्य सभा जो है स्टार्ट हो सकता है, किसी भी जगह पर जो है उन्होंने स्टार्ट किया जा सकता है। बट ये जोड़ा मतलब जो मोशन होंदा है बोथ हाउसिस दे विच जो है पास होना चाहिए है। ठीक है, बोथ हाउसिस दे विच ये पास जरूर होना चाहिए है, स्टार्ट किते भी हो सकता है। ठीक है, so at least how many days of prior notice is required for the impeachment of the president of India? हुण suppose करो कोई राष्ट्रपति है, उन्होंने impeach करना है, तो किन्ने दिन पहला जो है उन्होंने prior notice जिहड़ा है वो दिता जाता है? ठीक है, 7 days का, 14 days, 21 days, या फिर 30 days? ओबवियसली आई थिंक तुम सबनों पता होएगा 14 डेज का प्रायर नोटिस जिहड़ा है जी वो दिता जाता है। ठीक है, राष्ट्रपति ਨੂੰ कि जो है उन्होंने पता लग जाए कि उन्होंने जो खिलाफ इंपीचमेंट प्रोसैस जो है और पार्लीमेंट के स्टार्ट होने जा रहा है। ठीक है, सो ऑप्शन बी इज द राइट आंसर। सो नैक्सट क्वेश्चन इज किहड़े तरीके दे नाल जो है असी इत्थे जिहड़े अपने राष्ट्रपति है उन्हां दी जिहड़ी पोस्ट हैगी वो वैकेंट हो सकती है? हाउ कैन द पोस्ट ऑफ प्रेजिडेंट बी वैकेंट on expiry of his tenure, by his resignation, only on the commencement of the impeachment in Rajya Sabha, या फिर only A and B? How can the post of president be vacant
on expiry of his tenure by his resignation only on the commencement of impeachment in Rajya Sabha या फिर only A and B? सो राइट आंसर रहेगा ऑप्शन डी। ठीक है, ਓਨਲੀ A ਐਂਡ B। ਠੀਕ ਹੈ, ਇਹ ਹੀ ਜੋ ਦੋ ਤਰੀਕੇ ਹੈ ਜਿਹਦੇ ਥਰੂ ਜੋ ਹੈ ਉਹਨਾਂ ਦੀ ਪੋਸਟ ਜਿਹੜੀ ਹੈ ਵੈਕੈਂਟ ਹੋ ਸਕਦੀ ਹੈ। ਪਹਿਲਾਂ ਤਾਂ ਜਾਂ ਤਾਂ ਫਿਰ ਸਪੋਜ਼ ਕਰੋ ਕਿ ਉਹਨਾਂ ਦੀ ਟੈਨਿਓਰ ਖਤਮ ਹੋ ਗਈ ਹੈ, 5 ਇਅਰਸ ਜਿਹੜੀ ਟੈਨਿਓਰ ਹੈ ਉਹਨਾਂ ਦੀ ਕੰਪਲੀਟ ਹੋ ਗਈ ਹੈ, ਜਾਂ ਫਿਰ ਉਹਨਾਂ ਨੇ ਜੋ ਹੈ ਕੀ ਕਰ ਦਿੱਤਾ ਹੈ, ਖੁਦ ਹੀ ਰਿਜ਼ਾਈਨ ਕਰ ਦਿੱਤਾ ਹੈ। ਠੀਕ ਹੈ, ਸੋ ਆਪਸ਼ਨ A ਐਂਡ B ਇਜ਼ ਦਾ ਰਾਈਟ ਆਂਸਰ। ਨੈਕਸਟ ਇਹ ਦੋ ਸਟੇਟਮੈਂਟਸ ਹੈਗੀਆਂ, ਇਹਨਾਂ ਨੂੰ ਦੇਖੋ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਕਰੈਕਟ ਹੈ। ਫਰਸਟ ਸਟੇਟਮੈਂਟ ਕਹਿੰਦੇ ਆ that the president should be qualified for election as a member of the Rajya Sabha। ठीक है, एज ए मैंबर ऑफ राज्य सभा की क्वालिफिकेशन ਲਈ ਜੋ ਹੈ ਉਹ ਕੀ ਹੋਣੀ ਚਾਹੀਦੀ ਆ, ਮਤਲਬ ਐਲੀਜੀਬਲ ਹੋਣੇ ਚਾਹੀਦੇ ਆ, ਐਂਡ ਕੋਈ ਵੀ ਆਫਿਸ ਆਫ ਪ੍ਰੋਫਿਟ ਜਿਹੜੇ ਹੈ ਉਹ ਤੇ ਉਹ ਨਹੀਂ ਹੋਣੇ ਚਾਹੀਦੇ। ਠੀਕ ਹੈ, ਐਜ਼ ए ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ। ਸੋ ਕਿਹੜੀ ਸਟੇਟਮੈਂਟ ਜਿਹੜੀ ਹੈ ਕਰੈਕਟ ਹੈ? 1 only, 2 only, both 1 and 2, neither 1 nor 2? The president should be qualified for election as a member of the Rajya Sabha। सो राइट आंसर ऑप्शन बी आएगा जी। ठीक है, ओनली टू। ਓਬਵੀਅਸਲੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੱਥੇ ਰਾਜ ਸਭਾ ਦੀ ਜੋ ਹੈ ਕੁਆਲੀਫਿਕੇਸ਼ਨ ਨਹੀਂ, ਲੋਕ ਸਭਾ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਸ ਨੂੰ ਫੁੱਲਫਿਲ ਕਰਦੇ ਹੋਣੇ ਚਾਹੀਦੇ ਆ। ਦੈਨ ਜੋ ਹੈ ਕਿਸੇ ਆਫਿਸ ਆਫ ਪ੍ਰੋਫਿਟ ਤੇ ਜੋ ਹੈ ਉਹ ਨਹੀਂ ਹੋਣੇ ਚਾਹੀਦੇ। ਠੀਕ ਹੈ, ਸੋ ਇਸ ਕੁਐਸਚਨ ਦੇ ਹਿਸਾਬ ਨਾਲ ਜੋ ਹੈ ਆਪਣੀ ਜਿਹੜੀ ਸੈਕੰਡ ਸਟੇਟਮੈਂਟ ਹੈ ਉਹ ਕਰੈਕਟ ਹੈਗੀ ਆ। ਸੋ 2 ਓਨਲੀ ਇਜ਼ ਦਾ ਰਾਈਟ ਆਂਸਰ। ਸੋ ਹੁਣ ਸਪੋਜ਼ ਕਰੋ ਪ੍ਰੈਜ਼ੀਡੈਂਟ ਦੀ ਪੋਸਟ ਵੈਕੈਂਟ ਹੋ ਗਈ ਆ, ਉਹ ਕਿੰਨੇ ਦਿਨਾਂ ਦੇ ਵਿੱਚ ਅਸੀਂ ਜੋ ਹੈ ਫਿਲ ਕਰਨੀ ਆ ਉਸਨੂੰ? 90 ਡੇਜ਼, 6 ਮੰਥਸ, 9 ਮੰਥਸ ਜਾਂ ਫਿਰ 1 ਈਅਰ? The vacant post of the president is to be filled within 90 days, 6 months, 9 months या फिर 1 year? ਸੋ ਇੱਥੇ ਕੀ ਆਏਗਾ ਜੀ ਰਾਈਟ ਆਂਸਰ? ਜਿਹੜੀ ਵੈਕੈਂਟ ਪੋਸਟ ਹੈਗੀ ਆ ਉਸਨੂੰ ਵਿਦਿਨ ਦਾ 6 ਮੰਥਸ। ਠੀਕ ਹੈ, ਵਿਦਿਨ 6 ਮੰਥਸ ਜੋ ਹੈ ਇੱਥੇ ਕੀ ਕਰਨਾ ਪੈਂਦਾ ਹੈ? ਫਿਲ ਕਰਨਾ ਪੈਂਦਾ ਹੈ 6 ਮਹੀਨਿਆਂ ਦੇ ਅੰਦਰ ਅੰਦਰ। ਟਿਲ ਦੈਨ ਸਪੋਜ਼ ਕਰੋ ਪੋਸਟ ਵੈਕੈਂਟ ਹੈਗੀ ਆ ਤੇ ਟਿਲ ਦੈਨ ਕੀ ਹੋਏਗਾ, ਜਿਹੜੇ ਆਪਣੇ ਵਾਈਸ ਪ੍ਰੈਜ਼ੀਡੈਂਟ ਹੁੰਦੇ ਆ ਉਹ ਕੀ ਕਰਨਗੇ ਇੱਥੇ? ਦੇ ਐਕਟ ਐਜ਼ ਅ ਪ੍ਰੈਜ਼ੀਡੈਂਟ। ਠੀਕ ਹੈ, ਜਿਹੜੇ ਆਪਣੇ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਉਹ ਐਕਟ ਕਰਦੇ ਐਜ਼ ਏ ਪ੍ਰੈਜ਼ੀਡੈਂਟ। ਐਂਡ ਬਟ ਜੋ ਹੈ ਪੋਸਟ ਵੈਕੈਂਟ ਹੋਣ ਦੇ 6 ਮੰਥਸ ਦੇ ਅੰਡਰ ਅੰਡਰ ਜੋ ਹੈ ਇੱਥੇ ਨਵੀਂ ਜੇ ਉਸ ਪੋਸਟ ਨੂੰ ਜੋ ਹੈ ਆਪਾਂ ਫਿਲ ਜ਼ਰੂਰ ਕਰਨਾ ਹੁੰਦਾ ਹੈ। ਓਕੇ, ਸੋ ਸਪੋਜ਼ ਕਰੋ ਕਹਿੰਦੇ ਕਿ ਹੁਣ ਜਿਹੜੀ ਪੋਸਟ ਹੈਗੀ ਪ੍ਰੈਜ਼ੀਡੈਂਟ ਦੀ ਉਹ ਵੈਕੈਂਟ ਹੋ ਗਈ ਹੈ ਐਂਡ ਵਾਈਸ ਪ੍ਰੈਜ਼ੀਡੈਂਟ ਜਿਹੜੇ ਹੈ ਉਹ ਵੀ ਨਹੀਂ ਹੈਗੇ। ਠੀਕ ਹੈ, ਤੇ ਹੁਣ ਇਹਨਾਂ ਦੇ ਵਿੱਚੋਂ ਜੋ ਹੈ ਕੌਣ ਐਕਟ ਕਰੇਗਾ ਐਜ਼ ਅ ਪ੍ਰੈਜ਼ੀਡੈਂਟ? ਮੈਂ ਤੁਹਾਨੂੰ ਦੱਸਿਆ ਕਿ ਮਤਲਬ ਕਿ ਪ੍ਰੈਜ਼ੀਡੈਂਟ ਜਿਹੜੇ ਹੈ ਉਹ ਨਹੀਂ ਹੈਗੇ, ਵਾਈਸ ਪ੍ਰੈਜ਼ੀਡੈਂਟ ਵੀ ਨਹੀਂ ਹੈਗੇ। ਹੁਣ ਕਿਹੜਾ ਬੰਦਾ ਹੈ ਕਿ ਜਿਹੜਾ ਇੱਥੇ ਜੋ ਹੈ ਐਜ਼ ਅ ਪ੍ਰੈਜ਼ੀਡੈਂਟ ਐਕਟ ਕਰੇਗਾ? ਵਾਈਸ ਚੇਅਰਮੈਨ ਜਿਹੜੇ ਹੁੰਦੇ ਰਾਜ ਸਭਾ ਦੇ, ਅਟਾਰਨੀ ਜਨਰਲ ਆਫ ਇੰਡੀਆ, ਲੋਕ ਸਭਾ ਦੇ ਸਪੀਕਰ ਜਾਂ ਫਿਰ ਚੀਫ ਜਸਟਿਸ ਆਫ ਦੀ ਸੁਪਰੀਮ ਕੋਰਟ? ਸੋ ਓਬਵੀਅਸਲੀ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਕੀ ਰਾਈਟ ਆਨਸਰ ਆਏਗਾ ਜੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਜਿਹੜੇ ਚੀਫ ਜਸਟਿਸ ਹੁੰਦੇ ਜੀ ਆਪਣੇ ਸੁਪਰੀਮ ਕੋਰਟ ਦੇ, ਦ ਚੀਫ ਜਸਟਿਸ ਆਫ ਆਵਰ ਸੁਪਰੀਮ ਕੋਰਟ, ਦੇ ਐਕਟ ਐਜ਼ ਅ ਪ੍ਰੈਜ਼ੀਡੈਂਟ ਆਫ ਇੰਡੀਆ। ਠੀਕ ਹੈ, ਸੋ ਹੀਰਾਰਕੀ ਚੰਗੀ ਤਰੀਕੇ ਨਾਲ ਸਮਝ ਲਓ। ਪਹਿਲਾਂ ਜੋ ਹੈ ਸਪੋਜ਼ ਕਰੋ ਪ੍ਰੈਜ਼ੀਡੈਂਟ ਹੈਗੇ ਆ, ਸੋ ਪ੍ਰੈਜ਼ੀਡੈਂਟ ਜੋ ਹੈ ਇਹਨਾਂ ਦੀ ਪੋਸਟ ਵੈਕੈਂਟ ਹੋ ਗਈ, ਵਾਈਸ ਪ੍ਰੈਜ਼ੀਡੈਂਟ ਆ ਗਏ, ਵਾਈਸ ਪ੍ਰੈਜ਼ੀਡੈਂਟ ਵੀ ਨਹੀਂ ਹੈਗੇ, ਤਾਂ ਜਿਹੜੇ ਚੀਫ ਜਸਟਿਸ ਹੁੰਦੇ ਆ, ਠੀਕ ਹੈ, ਚੀਫ ਜਸਟਿਸ ਆਫ ਦੀ ਸੁਪਰੀਮ ਕੋਰਟ, ਠੀਕ ਹੈ, so ਉਹ ਕੀ ਕਰਨਗੇ? they will act as a president of India। so option D is the right answer। so now the next question is, who is the executive head of state in India? India ਦਾ executive head of state ਕੌਣ ਹੁੰਦਾ ਹੈ? president, prime minister, leader of the opposition, chief secretary of the government of India?
प्रेसिडेंट, प्राइम मिनिस्टर, लीडर ऑफ द ऑपोजिशन, चीफ सेक्रेटरी गवर्नमेंट ऑफ इंडिया। सो राइट आंसर की आएगा जी ऑप्शन ए। ठीक है जी, द प्रेसिडेंट ऑफ इंडिया जो है ਉਹ ਕੀ ਹੁੰਦੇ ਜੀ ਐਗਜ਼ੈਕਟਿਵ ਹੈਡ ਆਫ ਹੁੰਦੇ ਆ ਸਟੇਟ ਇਨ ਇੰਡੀਆ। ਮਤਲਬ ਜਿੰਨੇ ਵੀ ਕੰਮ ਹੁੰਦੇ ਜੀ ਆਪਣੇ ਗਵਰਨਮੈਂਟ ਦੇ ਕਿਹਨਾਂ ਦੇ ਨਾਮ ਦੇ ਉੱਪਰ ਹੁੰਦੇ ਆ, ਰਾਸ਼ਟਰਪਤੀ ਦੇ ਨਾਮ ਦੇ ਉੱਪਰ ਹੀ ਹੋਣਗੇ। ਸੋ ਆਪਸ਼ਨ ਈ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ ਹੈ, ਕਹਿੰਦੇ ਦ ਪ੍ਰੈਜ਼ੀਡੈਂਟ ਕੈਨ ਡਿਸੋਲਵ ਦੀ ਲੋਕ ਸਭਾ ਔਨ। ਕਹਿੰਦੇ ਕਿ ਜਿਹੜੇ ਹੁਣ ਰਾਸ਼ਟਰਪਤੀ ਹੈ ਉਹ ਲੋਕ ਸਭਾ ਨੂੰ ਡਿਸੋਲਵ ਕਰ ਸਕਦੇ ਆ, ਉਹਨਾਂ ਕੋਲੇ ਪਾਵਰ ਹੈਗੀ ਆ, ਬਟ ਕੁਛ ਨਾ ਕੁਛ ਗੱਲ ਹੋਏਗੀ ਕਿਹਦੀ ਰਿਕਮੈਂਡੇਸ਼ਨ ਤੇ ਜਾਂ ਫਿਰ ਕਿਸ ਤਰੀਕੇ ਦੇ ਨਾਲ ਜੋ ਹੈ ਲੋਕ ਸਭਾ ਨੂੰ ਡਿਸੋਲਵ ਕੀਤਾ ਜਾ ਸਕਦਾ ਹੈ। ਚੀਫ ਜਸਟਿਸ ਨੇ ਰਿਕਮੈਂਡ ਕੀਤਾ ਹੈ ਤਾਂ, ਲੋਕ ਸਭਾ ਨੇ ਰਿਕਮੈਂਡ ਕੀਤਾ ਹੈ ਤਾਂ, यूनियन कैबिनेट ने रिकमेंड किया है या फिर राज्य सभा ने रिकमेंड किया है, किस बेस से जो है लोक सभा ਨੂੰ डिसोल्व किया जा सकता है बाय द प्रेजिडेंट ऑफ इंडिया। So here the right answer should be the option C, recommendation of the union cabinet। ठीक है जी, so option C is the right answer। ਕਹਿੰਦੇ ਕਿ ਯੂਨੀਅਨ ਕੈਬਨਿਟ ਅਗਰ ਰਿਕਮੈਂਡ ਕਰਦਾ ਹੈ ਤਾਂ ਰਾਸ਼ਟਰਪਤੀ ਜਿਹੜੇ ਹੈ ਉਹ ਕੀ ਕਰ ਸਕਦੇ ਆ, ਲੋਕ ਸਭਾ ਨੂੰ ਡਿਸੋਲਵ ਕਰ ਸਕਦੇ ਆ। ਠੀਕ ਹੈ, ਨੈਕਸਟ ਕੁਐਸਚਨ ਹੈ, ਕਹਿੰਦੇ ਵਿਚ ਆਰਟੀਕਲ ਆਫ ਦੀ ਇੰਡੀਅਨ ਕਨਸਟੀਟਿਊਸ਼ਨ ਡੀਲਸ ਵਿਦ ਦ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਇਨ ਇੰਡੀਆ। ਕਿਹੜਾ ਆਰਟੀਕਲ ਹੈ, ਕਿਹੜਾ ਅਨੁਛੇਦ ਹੈਗਾ ਸਾਡੇ ਸੰਵਿਧਾਨ ਦਾ ਜਿਹੜਾ ਕਿ ਪ੍ਰੈਜ਼ੀਡੈਂਟ ਦੇ ਇਲੈਕਸ਼ਨਸ ਦੇ ਨਾਲ ਡੀਲ ਕਰਦਾ ਹੈ? ਆਰਟੀਕਲ 71, 54, 77 ਜਾਂ ਫਿਰ 58। Which article of the Indian Constitution deals with the presidential elections in India? So here the right answer should be the option B। ठीक है जी, आर्टिकल 54 ऑफ आवर इंडियन कॉन्स्टिट्यूशन ਉਹ ਇਹ ਸਪੈਸੀਫਾਈ ਕਰਦਾ ਹੈ ਡੈਟ ਕਿ ਜਿਹੜੇ ਪ੍ਰੈਜ਼ੀਡੈਂਟ ਆਫ ਇੰਡੀਆ ਹੈਗੇ ਆ, ਠੀਕ ਆ, ਉਹਨਾਂ ਨੂੰ ਇਲੈਕਟੋਰਲ ਕੋਲਾਜ ਦੇ ਥਰੂ ਜੋ ਹੈ ਇਲੈਕਟ ਕੀਤਾ ਜਾਂਦਾ ਹੈ। ਹੁਣ ਇਲੈਕਟੋਰਲ ਕੋਲਾਜ ਤੁਹਾਨੂੰ ਮੈਂ ਦੱਸਿਆ ਸੀਗਾ ਕਿਹੜੇ ਹੁੰਦੇ ਇਲੈਕਟੋਰਲ ਕੋਲਾਜ ਦੇ ਵਿੱਚ, ਜਿੰਨੇ ਵੀ ਇਲੈਕਟਿਡ ਮੈਂਬਰਸ ਹੁੰਦੇ ਆ। ਠੀਕ ਹੈ, ਇਲੈਕਟਿਡ ਮੈਂਬਰ ਹੋ ਗਏ ਕਿਸ ਦੇ, ਪਾਰਲੀਮੈਂਟ ਦੇ, ਆਲਰੇਡੀ ਡਿਸਕਸਡ ਵਿਦ ਯੂ। ठीक है, पार्लियामेंट दे हो गए, स्टेट लैजिस्लेचर हो गया जी अपना, विधान सभा जी हो गई। ठीक है, स्टेट लैजिस्लेचर हो गया। सो ये जी हैगी है ये मिल के की करते हैं जी, इन्हों इलैक्ट करते हैं। ठीक है, सो इन दिस आर्टिकल एंड आर्टिकल 55 जोड़ा है वो स्टेट इनकलूड द नैशनल कैपिटल टैरेटरी ऑफ दिल्ली एंड द यूनियन कैपिटल जो है यूनियन टैरेटरी ऑफ द पुडुचेरी ऑल्सो। ठीक है जी, सो ये जी यूनियन टैरेटरीज हैगियां अपनी दिल्ली ते पुडुचेरी दियां, उन्हें उत्थे भी स्टेट लैजिस्लेचर्स हैगियां आ ते ਉਹ ਵੀ ਜੋ ਹੈ ਉਹਨਾਂ ਦੇ ਇਲੈਕਟਿਡ ਮੈਂਬਰ ਜਿਹੜੇ ਹੈ ਉਹ ਵੀ ਮਿਲ ਕੇ ਇਹਨਾਂ ਨੂੰ ਇਲੈਕਟ ਕਰਨਗੇ। ਠੀਕ ਹੈ, ਸੋ ਨੈਕਸਟ ਕੁਐਸਚਨ ਹੈ, ਪਹਿਲੇ ਵੂਮਨ ਪ੍ਰੈਜ਼ੀਡੈਂਟ ਕੌਣ ਸੀਗੇ ਇੰਡੀਆ ਦੇ? ਪਹਿਲੇ ਵੂਮਨ ਪ੍ਰੈਜ਼ੀਡੈਂਟ ਕੌਣ ਸੀ ਇੰਡੀਆ ਦੇ? ਪ੍ਰਤਿਭਾ ਪਾਟਿਲ, ਲక్ష్ਮੀ ਸਹਿਗਲ, ਇੰदिरा गांधी ਜਾਂ ਫਿਰ ਅੰਬਿਕਾ ਸੋਨੀ। Who was the first woman president of India? प्रतिभा पाटिल, लक्ष्मी सहगल, इंदिरा गांधी या फिर अंबिका सोनी। So here the right answer should be the option A। Okay, so Pratibha Patil served as the President of India from July 25, 2007 to 25 July 2012, and she was the first and only woman President of India till date। एंड प्रतिभा पाटिल अगर ਅਸੀਂ ਗੱਲ ਕਰੀਏ ਤਾਂ ਉਹ ਕੌਣ ਸੀਗੇ ਜੀ? ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਸੀਗੇ ਐਂਡ ਉਹ ਰਾਜਸਥਾਨ ਦੇ ਗਵਰਨਰ ਵੀ ਰਹੇ ਹੈ 2004 ਤੋਂ ਲਾ ਕੇ 2007 ਤੱਕ। ਠੀਕ ਹੈ, ਨੈਕਸਟ ਕੁਐਸਚਨ ਹੈ, ਕਹਿੰਦੇ ਦ ਪ੍ਰੈਜ਼ੀਡੈਂਟ ਆਫ ਇੰਡੀਆ ਹੈਜ਼ ਦੀ ਪਾਵਰ ਆਫ ਪਾਰਡਨਿੰਗ ਅੰਡਰ ਵਿਚ ਆਰਟੀਕਲ। ਹੁਣ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਕੋਲ ਜੋ ਹੈ ਪਾਰਡਨਿੰਗ ਪਾਵਰਸ ਹੁੰਦੀਆਂ ਹੈ ਤੇ ਕਿਸ ਆਰਟੀਕਲ ਦੇ ਅੰਡਰ ਜੋ ਹੈ, ਕਿਸ ਆਰਟੀਕਲ ਦੇ ਅਧੀਨ ਜੋ ਹੈ ਉਹਨਾਂ ਨੂੰ ਪਾਰਡਨਿੰਗ ਪਾਵਰਸ ਜਿਹੜੀਆਂ ਹੈ ਉਹ ਦਿੱਤੀਆਂ ਹੋਈਆਂ ਹੈ? ਫਟਾਫਟ ਆਨਸਰ ਕਰੋ।
ਪਾਰਟਿੰਗ ਪਾਵਰਸ ਜੋ ਹੈ ਉਸਦੀ ਉਹਨਾਂ ਦੇ ਕੋਲ ਹੈ ਜੀ, ਆਪਸ਼ਨ ਵੀ ਆਏਗਾ ਆਰਟੀਕਲ 72 ਆਫ ਦੀ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਹੈ ਜੀ, ਉਹ ਪਾਰਟਨਿੰਗ ਪਾਵਰਸ ਦਿੰਦਾ ਹੈ ਜੀ ਕਿਸ ਨੂੰ, ਰਾਸ਼ਟਰਪਤੀ ਨੂੰ। ਇਟ ਮੀਨਸ ਜੋ ਹੈ ਅਗਰ ਜੋ ਹੈ ਇਹ ਉਹਨਾਂ ਦੇ ਹੱਥ ਵਿੱਚ ਹੁੰਦਾ ਹੈ ਕਿ ਸਪੋਜ਼ ਕਰੋ ਅਗਰ ਕਿਸੇ ਪਰਸਨ ਨੇ ਕ੍ਰਾਈਮ ਕੀਤਾ ਵੀ ਹੈ, ਠੀਕ ਹੈ, ਐਂਡ ਮਤਲਬ ਨਹੀਂ ਵੀ ਕੀਤਾ, ਜੋ ਵੀ ਹੈ ਇਹਨਾਂ ਹੱਥ ਵਿੱਚ ਹੁੰਦਾ ਹੈ ਕਿ ਉਸ ਨੂੰ ਐਬਜ਼ੋਲਵ ਕਰ ਸਕਦੇ ਆ, ਠੀਕ ਹੈ, ਪਰਸਨ ਦੇ ਕ੍ਰਾਈਮ ਨੂੰ, ਤੇ ਉਹਨਾਂ ਨੂੰ ਜੋ ਹੈ ਫ੍ਰੀ ਵੀ ਕਰ ਸਕਦੇ ਆ, ਇਹ ਇਹਨਾਂ ਦੇ ਹੱਥ ਵਿੱਚ ਹੁੰਦਾ ਹੈ। ਸੋ ਕਿੰਨੇ ਤਰ੍ਹਾਂ ਦੀ ਆਪਣੇ ਕੋਲ ਪਾਰਡਨਿੰਗ ਪਾਵਰਸ ਹੁੰਦੀਆਂ, ਤੁਹਾਨੂੰ ਸਭ ਨੂੰ ਪਤਾ ਹੋਏਗਾ 5 ਟਾਈਪ ਦੀਆਂ ਪਾਰਡਨਿੰਗ ਪਾਵਰਸ ਹੁੰਦੀਆਂ ਹੈ। ਦ ਫਰਸਟ ਵਨ ਇਜ਼ ਦੀ ਪਾਰਡਨ ਹੋ ਗਿਆ, ਦੈਨ ਸੈਕਿੰਡ ਵਨ ਇਜ਼ ਦੀ ਕਮਿਊਟੇਸ਼ਨ ਹੋ ਗਿਆ, ਦੈਨ ਰਿਮਿਸ਼ਨ ਹੋ ਗਿਆ ਜੀ ਆਪਣੇ ਕੋਲ, ਠੀਕ ਹੈ, ਦੈਨ ਰਿਸਪਾਈਟ ਹੋ ਗਿਆ, ਤੇ ਦੈਨ ਵੀ ਹੈਡ ਦੀ ਰਿਪਰਾਈਵ, ਠੀਕ ਹੈ। 5 ਟਾਈਪਸ ਦੇ ਜੋ ਹੈ ਆਪਣੇ ਕੋਲ ਪਾਰਡਨਿੰਗ ਪਾਵਰਸ ਹੁੰਦੀਆਂ ਹੈ। ਸੋ ਨੈਕਸਟ ਕੁਐਸਚਨ ਹੈ, ਆਫੀਸ਼ੀਅਲ ਟਰਮ ਕੀ ਹੁੰਦੀ ਹੈ ਜੀ ਪ੍ਰੈਜ਼ੀਡੈਂਟ ਦੇ ਆਫਿਸ ਦੀ। What is the official term of the president office? 5 years, 10 years, 3 years, or the 4 years? What is the official term of the president office? 5 years, 10 years, 3 years या फिर 4 years? Obviously ਤੁਹਾਨੂੰ ਸਭ ਨੂੰ ਪਤਾ ਹੋਏਗਾ that ਕਿ ਜਿਹੜੀ official term ਹੁੰਦੀ ਹੈ ਜੀ it is the 5 years, ਠੀਕ ਹੈ, ਕਿੰਨੀ ਹੁੰਦੀ ਹੈ ਜੀ 5 ਸਾਲ ਹੁੰਦੀ ਆ। ਸੋ ਦੀ ਟਰਮ ਆਫ ਦੀ ਪ੍ਰੈਜ਼ੀਡੈਂਟ ਜਿਹੜੀ ਹੈ ਉਹ 5 ਇਅਰਸ ਹੁੰਦੀ ਹੈ, ਅਨਲਾਈਕ ਜਿਹੜੇ ਅਗਰ ਅਸੀਂ ਅਮਰੀਕਨ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਹੂ ਕੈਨ ਬੀ ਇਲੈਕਟਿਡ ਐਟ ਮੋਸਟ 2 ਟਾਈਮ, ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਹੈਗੇ ਉਹਨਾਂ ਨੂੰ ਸਿਰਫ ਜੋ ਹੈ ਆਪਾਂ 2 ਟਾਈਮ ਤੱਕ ਹੀ 2 ਟਾਈਮ ਹੀ ਆਪਾਂ ਇਲੈਕਟ ਕਰ ਸਕਦੇ ਹਾਂ, ਬਟ ਜਿਹੜੇ ਇੰਡੀਆ ਦੇ ਪ੍ਰੈਜ਼ੀਡੈਂਟ ਹੈ ਜੀ ਉਹਨਾਂ ਨੂੰ ਐਨੀ ਨੰਬਰ ਆਫ ਟਾਈਮ ਜੋ ਹੈ ਇਲੈਕਟ ਕੀਤਾ ਜਾ ਸਕਦਾ ਹੈ, ਇੱਦਾਂ ਦੀ ਕੋਈ ਰਿਸਟ੍ਰਿਕਸ਼ਨ ਇੱਥੇ ਨਹੀਂ ਹੈਗੀ। ਓਕੇ, ਨੈਕਸਟ ਕੁਐਸਚਨ ਇਜ਼ ਹੂ ਹੈਜ਼ ਦ ਪਾਵਰ ਟੂ ਡਿਕਲੇਅਰ ਐਨ ਏਰੀਆ ਐਜ਼ ਅ ਸ਼ਡਿਊਲਡ ਏਰੀਆ। ਕਹਿੰਦੇ ਕਿਹਦੇ ਕੋਲ ਇਹ ਪਾਵਰ ਹੁੰਦੀ ਹੈ ਕਿ ਕਿਸੇ ਪਾਰਟਿਕੂਲਰ ਏਰੀਆ ਨੂੰ ਸ਼ਡਿਊਲਡ ਏਰੀਆ ਡਿਕਲੇਅਰ ਕਰਨਾ ਹੈ। ਪ੍ਰੈਜ਼ੀਡੈਂਟ ਦੇ ਕੋਲ, ਪ੍ਰਾਈਮ ਮਿਨਿਸਟਰ, ਗਵਰਨਰ ਆਫ ਦੈਟ ਸਟੇਟ ਜਾਂ ਫਿਰ ਚੀਫ ਮਿਨਿਸਟਰ ਆਫ ਦੈਟ ਸਟੇਟ। Who has the power to declare an area as a scheduled area? President, Prime Minister, Governor of that state या फिर Chief Minister of that state? सो ऑब्वियसली ठीक है, राइट आंसर रहेगा जी ऑप्शन ए आएगा। ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੇ ਹੈ ਜੀ ਉਹਨਾਂ ਦੇ ਕੋਲ ਪਾਵਰ ਹੁੰਦੀ ਹੈ ਕਿ ਕਿਸੇ ਪਾਰਟਿਕੂਲਰ ਏਰੀਆ ਨੂੰ ਸ਼ਡਿਊਲਡ ਏਰੀਆ ਜੋ ਹੈ ਡਿਕਲੇਅਰ ਉਹ ਕਰ ਸਕਦੇ ਆ, ਠੀਕ ਹੈ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਸੋ ਇੱਕ ਵੀਟੋ ਪਾਵਰ ਵੀ ਹੁੰਦੀ ਆ, ਠੀਕ ਹੈ, ਵੀਟੋ ਪਾਵਰ ਹੁੰਦੀ ਹੈ ਜੀ ਰਾਸ਼ਟਰਪਤੀ ਦੇ ਕੋਲ। ਹੁਣ ਇਸ ਵੀਟੋ ਵਰਡ ਦਾ ਮਤਲਬ ਕੀ ਹੈ, ਵਾਟ ਇਜ਼ ਦਾ ਮੀਨਿੰਗ ਆਫ ਦਿਸ ਵੀਟੋ ਵਰਡ? ਸਪੋਰਟ, ਡਬਲ, ਫੋਰਬਿਡ ਜਾਂ ਫਿਰ ਡਿਸਾਈਡ? ਸੋ ਇਥੇ ਰਾਈਟ ਆਂਸਰ ਆਏਗਾ ਜੀ ਆਪਸ਼ਨ ਡੀ ਆਏਗਾ, ਠੀਕ ਹੈ। ਸੋ ਜੋ ਹੈ ਕੀ ਹੁੰਦਾ, ਡਿਸਾਈਡ ਕਰਨਾ, ਉਹਨਾਂ ਕੋਲ ਪਾਵਰ ਹੁੰਦੀ ਹੈ। ਵੀਟੋ ਪਾਵਰ ਮਤਲਬ ਕਿ ਉਹਨਾਂ ਦਾ ਡਿਸੀਜਨ ਜਿਹੜਾ ਹੈ ਉਹ ਹੋ ਸਕਦਾ ਹੈ। ਸੋ ਆਪਣੇ ਕੋਲ ਜੋ ਹੈ ਗੱਲ ਕਰੀਏ ਸੋਰੀ ਫੋਰਬਿਡ ਜੋ ਹੈ ਇਟ ਇਜ਼ ਦ ਲੈਟਿਨ ਵਰਡ ਫॉर द ਫੋਰਬਿਡ for different situation and different will the president is granted with different veto powers, ठीक है। सो इतने फॉरबिड आएगा बच्चे, मैं गलत बोल गई, ठीक है, डिसाइड नहीं आएगा। फॉरबिड जो है इन्हों के कोल अपने कोल वीटो पावर होंगी, फॉरबिड कहा जाता है। सो अपने कोल जो है किन्ने तरह की जो है डिफरेंट तरह की वीटो पावर्स हैगियां हैं। एक है जी अपने कोल एब्सोल्यूट, नेक्स्ट सेकंड वन इज दी सस्पेंसिव एंड थर्ड वन इज दी पॉकेट वीटो, ठीक है। द वन वीटो विच इज नॉट ग्रांटेड टू द प्रेजिडेंट वो होंगी है जी क्वालीफाइड वीटो, ये जो है उन्होंने कोल नहीं होंगी। ਹੁਣ ਐਬਸੋਲੂਟ ਵੀਟੋ ਦੇ ਵਿੱਚ ਕੀ ਹੁੰਦਾ ਹੈ, ਦਿਸ ਵੀਟੋ ਗ੍ਰਾਂਟਸ ਦੀ ਪ੍ਰੈਜ਼ੀਡੈਂਟ ਦੀ ਪਾਵਰ ਟੂ ਰਿਜੈਕਟ ਅ ਬਿੱਲ ਪਾਸਡ ਬਾय ਦੀ ਪਾਰਲੀਮੈਂਟ, ਠੀਕ ਹੈ। ਸਪੋਜ਼ ਕਰੋ ਪਾਰਲੀਮੈਂਟ ਨੇ ਇੱਕ ਬਿੱਲ ਪਾਸ ਕਰਕੇ ਜੋ ਹੈ ਰਾਸ਼ਟਰਪਤੀ ਦੇ ਕੋਲ ਭੇਜ ਦਿੱਤਾ ਹੈ, ਤੇ ਉਹਦੇ ਵਿੱਚ ਕੀ ਹੈ ਕਿ ਫਿਰ ਇਹ ਰਾਸ਼ਟਰਪਤੀ ਕੋਲ ਇਹ ਪਾਵਰ ਹੈ ਕਿ ਉਸ ਨੂੰ ਨਹੀਂ ਠੀਕ ਲੱਗਾ ਉਹ ਵਾਲਾ ਬਿੱਲ ਜਿਹੜਾ ਜਨਤਾ ਦੇ ਹੱਕ ਦੇ ਵਿੱਚ ਨਹੀਂ ਹੈਗਾ, ਤੇ ਉਸ ਨੂੰ ਜੋ ਹੈ ਰਿਜੈਕਟ ਕਰ ਸਕਦੇ। ਇਹ ਹੁੰਦੀ ਐਬਸੋਲੂਟ ਵੀਟੋ, ਠੀਕ ਹੈ। ਇੱਕ ਪ੍ਰੋਪਰ ਉਹਨਾਂ ਕੋਲ ਪਾਵਰ ਹੈਗੀ ਆ ਕਿ ਨਹੀਂ, ਫੋਰਬਿਡ ਕਰ ਦਿੱਤਾ ਕਿ ਇਹ ਨਹੀਂ ਜੋ ਚੱਲੇਗਾ, ਠੀਕ ਹੈ। ਨੈਕਸਟ ਹੈ ਸਸਪੈਂਸਿਵ ਵੀਟੋ। ਇਹ ਕੀ ਹੁੰਦਾ ਹੈ, the power to return the bill for reconsideration, मतलब कि बिल आ गया पास होके, वो कहते कि उन्होंने सस्पेंड मतलब इसको खत्म नहीं किया है, ठीक है, रिजेक्ट नहीं किया बिल नूं, उसने उन्होंने कहा कि तुसी इहदे उपर जो है रिकनसीडरेशन कहो, ठीक है, रिकनसीडरेशन करो, दोबारा तो गलबात करो, कुछ चेंजेस करो। तो फिर जो चेंजेस होके सपोज करो अगर बिल वापस आ गया
ਤੇ ਪ੍ਰੈਜ਼ੀਡੈਂਟ ਜਿਹੜਾ ਹੈ ਉਸ ਨੂੰ ਆਪਣਾ ਕੀ ਕਰਨਾ ਪੈਂਦਾ ਹੈ, ਆਪਣਾ ਐਸੈਂਟ ਜ਼ਰੂਰੀ ਹੈ ਦੇਣਾ। ਦਿਸ ਇਜ਼ ਦ ਸਸਪੈਂਸਿਵ ਵੀਟੋ, ਸਿਰਫ ਇੱਕੋ ਵਾਰੀ ਰੀਕਨਸੀਡਰੇਸ਼ਨ ਲਈ ਵਾਪਸ ਭੇਜ ਸਕਦੇ ਆ, ਅਗਰ ਦੁਬਾਰਾ ਪਾਸ ਹੋ ਕੇ ਆ ਗਿਆ ਦੈਨ ਜੋ ਹੈ ਆਪਣਾ ਐਸੈਂਟ ਦੇਣਾ ਹੀ ਪਏਗਾ। ਦੈਨ ਪੋਕਟ ਵੀਟੋ, ਠੀਕ ਹੈ, ਜੇ ਵਿੱਚ ਪਾ ਕੇ ਭੁੱਲ ਗਏ, ਸਿੰਪਲ ਲੈਂਗੁਏਜ ਹੈਗੀ ਆ, ਕਹਿੰਦੇ ਕਿ ਵਿਦ ਹੋਲਡ ਕਰ ਸਕਦੇ ਆਪਣੇ ਡਿਸੀਜ਼ਨ ਨੂੰ, ਠੀਕ ਹੈ, ਐਂਡ ਦਸ ਦੀ ਬਿਲ ਫॉर ਐਨ ਇੰਡੈਫੀਨਿਟ ਪੀਰੀਅਡ ਆਫ ਦੀ ਟਾਈਮ, ਠੀਕ ਹੈ, ਕੋਈ ਵੀ ਇੰਡੈਫੀਨਿਟ ਪੀਰੀਅਡ ਲਈ ਜੋ ਹੈ ਉਸ ਉਹਨੇ ਰੱਖ ਲਿਆ ਆਪਣੇ ਕੋਲ, ਵਿਦ ਹੋਲਡ ਕਰ ਲਿਆ, ਠੀਕ ਹੈ। ਸੋ ਇਹ ਚੀਜ਼ ਹੈਗੀ ਆ, ਸੋ ਇਹ ਜੋ ਹੈ ਵੀਟੋ ਪਾਵਰਸ ਆਪਣੇ ਰਾਸ਼ਟਰਪਤੀ ਦੇ ਕੋਲ ਹੈਗੀਆਂ ਐਟ ਪ੍ਰੈਜ਼ੈਂਟ। ਨੈਕਸਟ ਕੁਐਸਚਨ ਹੈ ਵਿਚ ਆਰਟੀਕਲ ਆਫ ਦੀ ਕਨਸਟੀਟਿਊਸ਼ਨ ਇੰਪਾਵਰਸ ਦਾ ਪ੍ਰੈਜ਼ੀਡੈਂਟ ਟੂ ਪ੍ਰੋਮਲਗੇਟ ਆਰਡੀਨੈਂਸਸ, ਕਹਿੰਦੇ ਕਿਹੜਾ ਆਰਟੀਕਲ ਹੈ ਸਾਡੇ ਸੰਵਿਧਾਨ ਦਾ ਜਿਹੜਾ ਕਿ ਪ੍ਰੈਜ਼ੀਡੈਂਟ ਨੂੰ ਇਹ ਪਾਵਰ ਦਿੰਦਾ ਹੈ ਕਿ ਉਹ ਆਰਡੀਨੈਂਸ ਵੀ ਪ੍ਰੋਮਲਗੇਟ ਕਰ ਸਕਦੇ ਆ। ਆਰਡੀਨੈਂਸ ਕੀ ਹੁੰਦੇ ਆ ਜੀ, ਟੈਂਪਰੇਰੀ ਲਾਜ਼ ਹੁੰਦੇ ਆ, ਕੀ ਹੁੰਦੇ ਆ ਜੀ, ਟੈਂਪਰੇਰੀ ਲਾਜ਼ ਹੁੰਦੇ ਆ। ਜਦੋਂ ਆਪਣੇ ਜੋ ਹੈ ਇੱਥੇ ਸੈਸ਼ਨਸ ਨਹੀਂ ਚੱਲ ਰਹੇ ਹੁੰਦੇ ਪਾਰਲੀਮੈਂਟ ਦੇ, ਠੀਕ ਹੈ, ਲੋਕ ਸਭਾ ਦੇ ਸੈਸ਼ਨਸ ਜਿਹੜੇ ਹੈ ਨਹੀਂ ਚੱਲ ਰਹੇ ਹੁੰਦੇ, ਰਾਜ ਸਭਾ ਦੇ ਸੈਸ਼ਨ ਨਹੀਂ ਚੱਲ ਰਹੇ ਹੁੰਦੇ, ਤਾਂ ਉੱਥੇ ਤਾਂ ਕੋਈ ਲਾਅ ਪਾਸ ਨਹੀਂ ਹੋ ਸਕਦਾ ਫਿਰ। ਬਟ ਇੰਡੀਆ ਦੇ ਵਿੱਚ ਕੋਈ ਐਮਰਜੈਂਸੀ ਆ ਗਈ ਹੈ, ਕਾਨੂੰਨ ਜਿਹੜਾ ਹੈ ਹੁਣੇ ਪਾਸ ਕਰਨਾ ਪੈਣਾ, ਤਾਂ ਰਾਸ਼ਟਰਪਤੀ ਜਿਹੜੇ ਹੈ ਉਹਨਾਂ ਕੋਲ ਪਾਵਰ ਹੈ ਕਿ ਆਰਡੀਨੈਂਸ ਜਿਹੜੇ ਹੈ ਉਹਨਾਂ ਨੂੰ ਪਾਸ ਕਰ ਸਕਦੇ ਆ, ਠੀਕ ਹੈ। ਸੋ ਆਰਟੀਕਲ 123, 52, 25 ਜਾਂ ਫਿਰ 78। सो राइट आंसर रहेगा जी आर्टिकल 123, ठीक है, आर्टिकल 123 इज द राइट आंसर। ओके, ऑप्शन ए इज द राइट आंसर आएगा। आर्टिकल 123 ਜਿਹੜਾ ਹੈ ਜੀ ਇਹ ਰਾਸ਼ਟਰਪਤੀ ਨੂੰ ਪਾਵਰ ਦਿੰਦਾ ਹੈ ਕਿ ਉਹ ਕੀ ਕਰ ਸਕਦੇ ਹੈ, ਆਰਡੀਨੈਂਸਸ ਜਿਹੜੇ ਹੈ ਉਹਨਾਂ ਨੂੰ ਪ੍ਰੋਮਲਗੇਟ ਕਰ ਸਕਦੇ ਆ, ਠੀਕ ਹੈ। ਸੋ ਕਹਿੰਦੇ ਕਿ ਇਹਨਾਂ ਵਿੱਚੋਂ ਕਿਹੜੇ ਓਨਲੀ ਪ੍ਰੈਜ਼ੀਡੈਂਟ ਹੈ ਜਿਨ੍ਹਾਂ ਨੂੰ 2 ਵਾਰੀ ਲਗਾਤਾਰ ਜੋ ਹੈ ਇਲੈਕਟ ਕੀਤਾ ਗਿਆ ਸੀ, ਡਾਕਟਰ ਜ਼ਾਕਿਰ ਹੁਸੈਨ, ਰਾਜਿੰਦਰ ਪ੍ਰਸਾਦ, ਏਪੀਜੇ ਅਬਦੁਲ ਕਲਾਮ ਜਾਂ ਫਿਰ ਪ੍ਰਤਿਭਾ ਪਾਟਿਲ। Who is the only president to have been elected for the 2 consecutive terms? Dr. Zakir Hussain, Rajendra Prasad, APJ Abdul Kalam या फिर प्रतिभा पाटिल। सो ओनली प्रेजिडेंट ਜਿਹੜੇ ਹੈ ਜੀ ਕੀ ਨਾਮ ਹੈ ਜੀ ਉਹਨਾਂ ਦਾ, ਡਾਕਟਰ ਰਜਿੰਦਰ ਪ੍ਰਸਾਦ, ਠੀਕ ਹੈ ਜੀ, ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਉਹਨਾਂ ਨੂੰ 2 ਵਾਰੀ ਲਗਾਤਾਰ ਜੋ ਹੈ ਇਲੈਕਟ ਕੀਤਾ ਗਿਆ ਸੀ, ਫਰਸਟ ਟਾਈਮ 1952 ਦੇ ਵਿੱਚ, ਦੈਨ 1957 ਦੇ ਵਿੱਚ, ਠੀਕ ਹੈ, ਐਂਡ ਦੈਨ ਹੀ ਲੈਫਟ ਆਫਿਸ ਇਨ 1962 ਐਂਡ ਉਸ ਨੂੰ ਜੋ ਹੈ ਉਹਨਾਂ ਤੋਂ ਬਾਅਦ ਫਿਰ ਕੌਣ ਆਏ ਸੀਗੇ, ਸਰਵਪਲੀ ਰਾਧਾ ਕ੍ਰਿਸ਼ਨਨ ਜੋ ਹੈ ਨੈਕਸਟ ਆਪਣੇ ਪ੍ਰੈਜ਼ੀਡੈਂਟ ਬਣੇ ਸੀਗੇ ਡਾਕਟਰ ਰਜਿੰਦਰ ਪ੍ਰਸਾਦ ਤੋਂ ਬਾਅਦ। ਓਕੇ